श्री वाहिगुरु वाहिगुरु साहिब जीओ। तेरे कवण कवण गुण कह कह गावां, तू साहिब गुणी निधाना। तुमरी महिमा बर न सकूं, तू ठाकुर ऊंच भगवाना। जेता समुंद सागर नीर भरिया, तेते अवगुण हमारे। दया करो किश मेहर उपाओ, डुब दे पत्थर तारे। जेता समुंद सागर नीर भरिया। श्री राग महला पहला घर चौथा। श्री राग महला पहला घर चौथा। कीता कहा करे मन मान, देवण हारे कै हथ दान। कीता कहा करे मन मान, देवण हारे कै हथ दान। भावैं दे ना देई सोए, कीते कै कहिए क्या होए। आपे सच भावै तिस सच, अंधा कच्चा कच निकच रहाओ। जां के रुख बिरख आराओ, जेही धात तेहा तिन नाओ। फुल भाओ फल लिखिया पाए, आपे बीज आपे ही खाए। कच्ची कंद कच्चा विच राज, मत अलूणी फिक्का साद। नानक आणे ए आवै रास, नानक आणे आवै रास। विण नावै नाही शाबाश। वाहिगुरु जी का खालसा, वाहिगुरु जी की फतेह। जुगो जुग अटल चवर छत्र तख्त दे मालिक, हाजरा हजूर साहिब धन धन श्री गुरु ग्रंथ साहिब महाराज जी दी कोटान कोटान किरपा रहमत ते बख्शिश दे नाल चार पैर दी रहन सतगुरु की रज़ा ते भाणे च लंघी है। अज दा दिन चढ़िया है। सतगुरु जी बख्शिश करके रहमत दे घर विच आके त्रुठे ने कि लड़ीवार धन धन श्री गुरु ग्रंथ साहिब जी दी पावन विचार दे नाल सानू जोड़न दा उपराला मेरे पातशाह जी ने कीता है। रोजाना इस फेसबुक लाइव आडियो के माध्यम के राही सवेर के जिहड़े प्रोग्राम 8 बजे गुरबाणी एपीसोड चलते हैं, गुरबाणी विचार दे विच लड़ीवार धन धन श्री गुरु ग्रंथ साहिब जी की पावन गुरबाणी विचार लैके एक शब्द का रोजाना सहज पाठ ते नाल ही उस पावन शब्द की विचार लैके आप जी के सन्मुख हाज़र होने आ। इवें ही आप महाराज जी की पावन बख्शिश रूप दे विच श्री गुरु ग्रंथ साहिब जी के पावन पन्ना नंबर 25 के उत्ते सुभायमान है। श्री राग दा दे ये पावन बचन ने ते ज़ाहर पीर जगत गुरु बाबा धन धन श्री गुरु नानक साहिब महाराज जी की पावन रसना तो पावन मुखारबिन तो उचारण होए ने। जिवें आपां तकरीबन सारे ही जानते हैं, शब्द की विचार का जिहड़ा असूल है
ਉਹ ਰਹਾਉ ਦੀਆਂ ਪੰਕਤੀਆਂ ਤੋਂ ਹੈ ਵਿਚਾਰ ਪ੍ਰਾਰੰਭ ਕਰਨ ਦਾ। ਸੋ ਇਸ ਕਰਕੇ ਆਓ ਰਹਾਉ ਦੀਆਂ ਪੰਕਤੀਆਂ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਤਿਗੁਰੂ ਜੀ ਸਾਨੂੰ ਰਹਾਉ ਦੇ ਬੰਦ ਵਿੱਚ ਕੀ ਅੱਜ ਦਾ ਸਬਜੈਕਟ ਦੱਸ ਰਹੇ ਨੇ, ਅੱਜ ਦਾ ਵਿਸ਼ਾ ਰਹਾਉ ਦੇ ਬੰਦ ਵਿੱਚ ਕੀ ਹੈ। ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚੋਂ ਤੇ ਰਹਾਉ ਦਾ ਬੰਦ ਹੈ ਆਪੇ ਸੱਚ ਭਾਵ ਹੈ ਤਿਸ ਸੱਚ ਅੰਧਾ ਕੱਚਾ ਕੱਚ ਨਿਕੱਚ। ਸਤਿਗੁਰੂ ਗੁਰਦੇਵ ਜੀ ਪਿਆਰ ਦੇ ਨਾਲ ਆ ਕੇ ਸਾਨੂੰ ਸੱਚ ਦੇ ਰਸਤੇ ਤੇ ਤੋਰਦੇ ਹਨ, ਕਿਉਂਕਿ ਜਿਹੜੀ ਅਗਿਆਨਤਾ ਹੈ ਨਾ, ਸਭ ਤੋਂ ਵੱਡਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਹਿੰਦੇ ਕਿਸੇ ਮਨੁੱਖ ਦੇ ਨੇਤਰ ਨਾ ਹੋਣ ਤੇ ਚੱਲ ਸਕਦੇ ਹਨ ਕਿ ਉਹਦੇ ਕੋਲ ਸੋਚ ਹੈ, ਸਮਝ ਹੈ, ਸ਼ਕਤੀ ਹੈ, ਪਰ ਜਿਹਦੇ ਕੋਲ ਦਿਮਾਗ ਨਹੀਂ, ਨੇਤਰ ਹਨ ਪਰ ਅਗਿਆਨਤਾ ਹੈ, ਅਗਿਆਨਤਾ ਦੀਆਂ ਪੱਟੀਆਂ ਅੱਖਾਂ ਤੇ ਬੰਨੀਆਂ ਹਨ, ਐਸੇ ਮਨੁੱਖ ਦਾ ਫਿਰ ਕੁਝ ਨਹੀਂ ਹੋ ਸਕਦਾ। ਪੜ੍ਹੇ ਲਿਖੇ ਮਨੁੱਖ ਵੀ ਆਪਣੀ ਅਗਿਆਨਤਾ ਦੇ ਵੇਗ ਦੇ ਵਿੱਚ ਵਗ ਜਾਂਦੇ ਹਨ। ਤੋ ਇਸ ਅਗਿਆਨਤਾ ਦੇ ਵਿੱਚੋਂ ਜੇ ਕੋਈ ਚੀਜ਼ ਬਾਹਰ ਕੱਢਦੀ ਹੈ ਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਹੈ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸ਼ਬਦ ਹੈ। ਸਤਿਗੁਰੂ ਜੀ ਨੇ ਆਪਣੇ ਸਿੱਖ ਦੇ ਜੀਵਨ ਨੂੰ ਇੰਨਾ ਪਿਆਰਾ ਜੀਵਨ ਬਣਾਇਆ ਹੈ, ਸਾਨੂੰ ਕਿਸੇ ਦੇ ਕੋਲ ਜਾ ਕੇ ਪੁੱਛਣ ਦੀ ਲੋੜ ਨਹੀਂ ਹੈ, ਕੋਈ ਜੋਤਸ਼ੀਆਂ ਦੇ ਕੋਲ ਜਾ ਕੇ ਟੇਵੇ ਲਵਾਉਣ ਦੀ ਲੋੜ ਨਹੀਂ ਹੈ, ਕੋਈ ਭਵਿੱਖਬਾਣੀਆਂ ਪੁੱਛਣ ਦੀ ਲੋੜ ਨਹੀਂ ਹੈ। ਸਤਿਗੁਰੂ ਦਾ ਸਿੱਖ ਇਮਾਨਦਾਰੀ ਨਾਲ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨ ਲੱਗ ਪਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਣੇ ਜੀਵਨ ਨੂੰ ਜਾਚ ਜਿਹੜੀ ਹੈ ਸਤਿਗੁਰੂ ਦੇ ਮੁਤਾਬਕ ਬਣਾਉਣ ਲੱਗ ਪਵੇ, ਤੇ ਇਸ ਗੱਲ ਨੂੰ ਮੈਂ ਗੁਰੂ ਜੀ ਦੇ ਭੈ ਭਾਵਨੀ ਵਿੱਚ ਰਹਿ ਕੇ ਕਹਿ ਸਕਦਾ ਕਿ ਕੋਈ ਕਮੀ ਸਿੱਖ ਦੇ ਜੀਵਨ ਵਿੱਚ ਰਹਿ ਹੀ ਨਹੀਂ ਸਕਦੀ। ਅੱਜ ਬੜੀ ਛੜਯੰਤਰ ਤੇ ਬੜੇ ਤਰੀਕੇ ਆਪੇ ਸੱਚ ਦੇ ਥੱਲੇ ਔਂਕੜ ਹੈ, ਭਾਵ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਦੀ ਬਾਤ ਕੀਤੀ ਜਾ ਰਹੀ ਹੈ ਕਿ ਜੋ ਸਦਾ ਤੋਂ ਟਿਕਿਆ ਹੈ, ਜੋ ਨਾ ਮਰਦਾ ਹੈ ਨਾ ਜੰਮਦਾ ਹੈ, ਜਿਸ ਨੂੰ ਨਾ ਕਿਸੇ ਨੇ ਪੈਦਾ ਕੀਤਾ ਹੈ, ਉਹ ਸਦੀਵੀ ਅਟਲ ਹੈ, ਉਹ ਸਦੀਵੀ ਸੱਚਾ ਹੈ, ਸਦਾ ਵਾਸਤੇ ਇੱਥੇ ਰਹਿਣ ਵਾਲਾ ਹੈ। ਉਹ ਸੱਚੇ ਪ੍ਰਮਾਤਮਾ ਦਾ ਪਿਆਰ ਜਿਹਦੇ ਹਿਰਦੇ ਦੇ ਵਿੱਚ ਵਸਣ ਲੱਗ ਪਵੇ, ਜਿਹਦੇ ਅੰਦਰ ਸੱਚਾਈ ਪੈਦਾ ਹੋਣ ਲੱਗ ਪਵੇ। ਦੇਖੋ, ਮੈਂ ਇੱਕ ਬੇਨਤੀ ਕਰਾਂ, ਜਿਹੜਾ ਕੋਈ ਮਨੁੱਖ ਮੂੰਹ ਤੋਂ ਸੱਚ ਕਹਿੰਦਾ ਨਾ, ਉਹ ਗੱਲ ਦਿਲ ਤੱਕ ਪਹੁੰਚਦੀ ਹੈ। ਕਿਉਂਕਿ ਉਹ ਸੱਚ ਦਾ ਰਿਸ਼ਤਾ ਹੈ, ਉਹ ਸੱਚ ਦਾ ਸੁਣੇ ਹੈ, ਤੇ ਜਿਹੜੀ ਗੱਲ ਝੂਠ ਦੀ ਹੈ ਨਾ, ਉਹ ਸਾਡੇ ਦਿਲ ਤੱਕ ਨਹੀਂ ਪਹੁੰਚਦੀ। ਸਤਿਗੁਰੂ ਕੀ ਪਾਵਨ ਬਾਣੀ ਸੱਚ ਦਾ ਪ੍ਰਚਾਰ ਹੈ, ਸੱਚ ਦੀ ਵਿਚਾਰ ਹੈ, ਸਾਡੇ ਅੰਦਰ ਸੱਚਾਈ ਨੂੰ ਪੈਦਾ ਕਰਦੀ ਹੈ, ਸਾਨੂੰ ਸੱਚ ਦੇ ਨਾਲ ਖੜਨ ਦੀ ਤਾਕਤ ਬਖਸ਼ਦੀ ਹੈ, ਸੱਚ ਸਮਝਣ ਦੀ, ਸੱਚ ਬੋਲਣ ਦੀ, ਸੱਚ ਵੇਖਣ ਦੀ ਤਾਕਤ ਗੁਰਮਤਿ ਦਿੰਦੀ ਹੈ। ਤੋ ਜਿਹਦੇ ਅੰਦਰ ਇਹ ਸੱਚ ਦੀ ਚਿੰਗਾਰੀ ਜਾਗੂਗੀ, ਜਿਹਦੇ ਅੰਦਰ ਸੱਚ ਦਾ ਪ੍ਰੇਮ ਜਾਗੇਗਾ, ਜਿਹਦੇ ਅੰਦਰ ਸੱਚਾਈ ਰੂਪੀ ਅਕਾਲ ਪੁਰਖ ਦਾ ਸਿਧਾਂਤ ਜੀਵਨ ਵਿੱਚ ਟਿਕਣ ਲੱਗ ਪਵੇਗਾ, ਫਿਰ ਸੱਚ ਜਾਣਿਓ ਭਾਵ ਹੈ ਤਿਸ ਸੱਚ, ਉਹਨੂੰ ਸੱਚੇ ਪ੍ਰਮਾਤਮਾ ਦੇ ਨਾਲ ਉਹਦਾ ਪਿਆਰ ਬਣ ਲੱਗ ਪਵੇਗਾ। ਉਸ ਪਰਿਪੂਰਨ ਪ੍ਰਮਾਤਮਾ ਨੂੰ ਵੀ ਸੱਚ ਹੀ ਚੰਗਾ ਲੱਗਦਾ ਹੈ, ਉਹਨੂੰ ਝੂਠਾ ਨਹੀਂ ਚੰਗਾ ਲੱਗਦਾ, ਉਹਨੂੰ ਕੁੜਿਆਰਾ ਜੀਵਨ ਨਹੀਂ ਚੰਗਾ ਲੱਗਦਾ। ਉਹ ਸੱਚਿਆਰ ਹੈ, ਉਹਨੂੰ ਸੱਚਾ ਜੀਵਨ ਚੰਗਾ ਲੱਗਦਾ ਹੈ। ਇਸੇ ਕਰਕੇ ਉਹਦੇ ਕੋਲੋਂ ਕੁਝ ਲੁਕਾਉਣ ਦੀ ਲੋੜ ਨਹੀਂ ਤੇ ਨਾ ਕੁਝ ਲੁਕਿਆ ਰਹਿਣਾ ਹੈ। ਦੋਗਲੀਆਂ ਜ਼ਿੰਦਗੀਆਂ, ਬਨੌਟੀ ਜੀਵਨ ਜਿਉਣ ਦੀ ਲੋੜ ਨਹੀਂ। ਅੱਜ ਅਸੀਂ ਜਿਹੜਾ ਜੀਵਨ ਜਿਉ ਰਹੇ ਹਾਂ ਨਾ, ਬਨੌਟੀ ਜਿਉ ਰਹੇ ਹਾਂ, ਇਸੇ ਕਰਕੇ ਦੁਖੀ ਹਾਂ, ਕਿਉਂਕਿ ਉਸ ਬਨੌਟੀ ਡੁਪਲੀਕੇਟ ਜੀਵਨ ਨੂੰ ਇੱਕ ਜਗ੍ਹਾ ਮੇਨਟੇਨ ਕਰਨ ਵਾਸਤੇ ਸਾਨੂੰ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ, ਬੇਈਮਾਨੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਜੇ ਸੱਚਾ ਹੈ, ਜਿਹੋ ਜਿਹੇ ਹਾਂ ਉਹੋ ਜਿਹੇ ਰਹਿ ਰਹੇ ਹਾਂ, ਫਿਰ ਕਾਹਦਾ ਲੁਕਾਵ ਆ, ਕਾਹਦਾ ਫਿਰ ਡਰ ਆ, ਕਿਉਂਕਿ ਜਿਹੋ ਜਿਹੇ ਪਹਿਲੇ ਦਿਨ ਸਾਂ ਉਹੀ ਅੱਜ ਆ। ਜਿੱਦਣ ਜ਼ਿੰਦਗੀ ਦੇ ਇਹ ਮਾਇਨੇ ਸਮਝ ਆ ਗਏ ਨਾ ਕਿ ਅਸੀਂ ਬਿਲਕੁਲ ਸਾਦਾ ਤੇ ਸੁਥਰਾ ਜੀਵਨ, ਲੋਕਾਚਾਰ, ਲੋਕਾਂ ਵਿਖਾਵੇ ਤੋਂ ਬਾਹਰ ਦਾ ਜੀਵਨ ਜਿਉਣਾ ਹੈ, ਤੇ ਬੜਾ ਸੌਖਾ ਹੋਏਗਾ। ਹੁਣ ਮੇਰੀ ਹੈਸੀਅਤ ਨਹੀਂ ਕਿ ਮੈਂ ਵੱਡੀਆਂ ਵੱਡੀਆਂ ਪਾਰਟੀਆਂ ਆਰਗੇਨਾਈਜ਼ ਕਰ ਸਕਾਂ ਤੇ ਮੈਂ ਪੱਬ ਚੁੱਕ ਕੇ ਜੇ ਮੈਂ ਆਖਾਂ ਕਿ ਮੈਂ ਆਪਣੇ ਪੁੱਤ ਦੇ ਵਿਆਹ ਤੇ 10 ਲੱਖ ਰੁਪਈਆ ਕਰਜ਼ਾ ਚੁੱਕ ਕੇ ਲਾਉਣਾ ਹੈ, ਇਹਦਾ ਮਤਲਬ ਤੇ ਮੈਂ ਤੇ ਆਪ ਆਪਣੇ ਉਸ ਕੁੜਿਆਰੇ ਜੀਵਨ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਰੱਖ ਰਿਹਾ ਕਿ ਦੇਖੋ ਜੀ ਆ ਮੇਰੇ ਕੋਲ ਆਹ ਚੀਜ਼ਾਂ ਮੈਂ ਬਨੌਟੀ ਵਿਖਾ ਰਿਹਾ,
पर जे मेरी जिंदगी दे विच मैं ओना की है तो सादा जीवन, कितना सादा विआह है गुरसिੱਖੀ ਦਾ। आ तो बाकी तो असीं पखंड ही कर रहे हैं ना। धन गुरु ग्रंथ साहिब जी के चरणों च आ जाओ, सतगुर दी कोल बह के चार लावां जिहड़ियां आपां विचार लईए, उस लावां दी जिहड़ी अंतरी परिभाषा वो सानूं समझ आ जाए तो असीं धन गुरु ग्रंथ साहिब दे सुपुर्द हो के गुरु ग्रंथ साहिब की जामनी रख के असीं एक दूसरे दो परिवारां दे विच साडे रिश्ते जुड़ गए। इन्ना की विआह है बस। आ जिहड़े बाकी जिहड़े शोषण ने, बाकी जिहड़े खेखण ने, जिहड़े असीं तकरीबन कई वारी 5-5 दिन चलाउने आ, डीजे लाउणा जी, असीं शराबां दे दौर चलाउने जी, ये तो फजूल दियां लोकां नूं भरमाउण वास्ते है। लोकी की कहणगे, लोकां ने सच जाणे हो। तुसीं 1 करोड़ रुपया ला दो लोकां ने तां भी तुहाडीआं कमियां कड्ढणीआं ही कड्ढणीआं ने। सच दा जीवन जी के वेखो, दोगला जीवन छड्ड के प्यार दा जीवन जी के वेखो, सच्चाई का जीवन जी के वेखो, सच नूं जीव के वेखो। तुहाडी जिंदगी विच कितनी खूबसूरती आनी शुरू हो जाएगी, तुहाडे अंदर प्यार आना शुरू हो जाएगा। इसे करके सतगुरु का सिद्धांत, गुरु के उपदेश साडे अंदर सच्चाई नूं पैदा करते हैं। आपे सच भावै तिस सच, वो परिपूर्ण परमात्मा आप सचियार है, सदा थिर रहन वाला है, तो उस नूं भी सदा थिर रहन वाला जिहड़ा प्यार है, सदा थिर रहन वाला जिहड़ा परमात्मा का सिद्धांत है, यही फिर गुरमुख नूं भी चंगा लगता है। वो सदा परमात्मा के हुक्म नूं जीवन च वसाउंदा है, क्योंकि उस निरंकार नूं भी सच ही चंगा लगता है, क्योंकि वो भी सच का ही प्यार करने वाला है, सच का ही मुजस्मा है। इस करके उन्होंने सच ही पाउंदा है। अंधा कच्चा कच निकच, ध्यान देना हुण अगलियां पंक्तियां ते। पर जिहड़े ज्ञानहीन मनुख ने ना, जिहड़े इस ज्ञान नूं नहीं समझ सके, इस सच्चाई नूं नहीं जान सके कि परमात्मा नूं सच पाउंदा है, वो ये सोचते ने शायद जिवें असीं भरमदे आ ना, गुरु भी इवें भरमदा होवेगा पदार्थां दे उपर। जी मैं गुरुद्वारे देखो जी किड्डी वड्डी सेवा कराउणा, शायद परमात्मा मेरे बाहर दी माया वेख के खुश हो जावे, माया दे नाल जिहड़े मैं कर्म कांड कर रहा, शायद रब भी मेरे वांगू ही भुखा वा। नहीं, वो इहो जिहा नहीं गा, क्योंकि उन्होंने ये संसारी चीज़ां नहीं चाहिए। पर सतगुरु कहते लोगन राम खिलौना जानना। मैं कई बार हैरान होना, मनुख सारी उम्र पहला बचपन विच खिडौणियां नाल खेडदा रहा, उत्थे मेरी तेरी करदा रहा, हुण खिडौणे वड्डे हो गए ने, हुण सड़कां ते चलण वाले ने, चाबियां वड्डियां ने, हुण भी मेरी तेरी है। परिपूर्ण परमात्मा वाहिगुरू नूं भी इन्हें अपने वर्गा बना लिया। जिवें आप खिडौणियां तक ही सीमित आ ना, इन्हें रब दे सामने भी डुपलीकेट गुलदस्ते, जिहो जे आर्टिफिशियल आला दुआला बनाता। धन गुरु ग्रंथ साहिब के आले दुआले आर्टिफिशियल फुल, आर्टिफिशियल लाइटां, आर्टिफिशियल सब कुछ ला के बाहर की सुंदरता तो बड़ी वधिया बना दी, पालकी सोने की ला दी, सब कुछ ला दिता। तो सोचता यह है कि गुरु जी ये बड़े खुश हो जाएंगे, मैनू सोने की पालकी ते बिठा दिता इन्हें। पर सतगुरु कहते भी मैं इन्हां पालकियां पूलकियां नाल नहीं रीझण वाला। कंचन स्यों पाईए नहीं तोल, चेता रखी तू भावें सोने दे बेड़े बना दे, भावें सोने दे महल खड़े कर दे, सोने दे बंगले बना दे। धन गुरु अर्जन देव जी महाराज ने सोने का दरबार साहब नहीं सी बनाया। मेरी गल नूं माफ़ कर दिओ जे गल ते जे तुहाडे ज्ञान च होवे ते मेरी ज्ञान च वाधा कर दिओ। ये तो महाराजा रणजीत सिंह ने सोना लवाया सी। सतगुरु जी को सोने की कमी नहीं सी। बहुत धनाड़ गुरु के सिख सतगुरु के चरणों च आउंदे सन, पर सतगुरु जी जानते सन कि सिख का ध्यान धन गुरु ग्रंथ साहिब ते चाहिदा है, उहदे बाहर की लिशक पुशक ते नहीं चाहिदा। आ बाहर दियां सोने दियां पालकियां ते नहीं चाहिदा, ये बाहर दियां सोने दियां गोलकां ते नहीं चाहिदा। सिख दा ध्यान दी कॉन्सनट्रेशन गुरु शब्द ते चाहिदी है। वो धन गुरु ग्रंथ साहिब जी दे कोल आके बवे, गुरबाणी दी विचार करे। सतगुरु साहिब कहंदे अंधा कच्चा कच निकच। अंधा दा अर्थ है ज्ञानहीन, कच्चा दा अर्थ है होछा, होछा पै जाना, निकच बिल्कुल ही होछा। हुण साहिब कहंदे जिहड़ा ज्ञानहीन मनुख आ ना, जिहड़ा माया की मलकीयत नूं अपना हमेशा ही अधिकार समझ के बैठा है भी मैं दुनिया का सब तो धनाड़ आ, साहिब कहंदे किते इहदे लागे जाके वेखियो किन्ना होछा मनुख है। ये किन्नी छेती होछेपन ते आ जाता है। आज जिन्हों
ਤਾਨੇ ਮਿਹਣੇ ਲਾਮੇ ਦੇਣ ਦੀ ਆਦਤ ਹੁੰਦੀ ਹੈ ਨਾ, ਇਹ ਹੋਛੇ ਮਨੁੱਖਾਂ ਦੀ ਫਿਤਰਤ ਹੈ। ਪ੍ਰਚਾਰਕਾਂ ਨੂੰ ਲਾਮੇ ਦੇਣ ਲੱਗ ਪੈਂਦੇ ਨੇ ਵੀ ਆ ਸਾਡਾ ਪ੍ਰਚਾਰਕ ਸਾਡੇ ਨਹੀਂ ਆਇਆ, ਕੱਲ ਤੱਕ ਸਾਡੇ ਕਾਬੂ ਵਿੱਚ ਸੀ, ਅੱਜ ਸਾਡੇ ਕਾਬੂ ਚੋਂ ਬਾਹਰ ਹੋ ਗਿਆ। ਹੁਣ ਫਿਰ ਪ੍ਰਚਾਰਕਾਂ ਨੂੰ ਲਾਮੇ ਦੇਣ ਲੱਗ ਪੈਣਾ, ਹੋਛੇ ਮਾਰ ਲਾਮੇ ਦੇਣੇ, ਹੋਛੇਪਨ ਤੇ ਆ ਜਾਣਾ। ਇਹ ਉਹਨਾਂ ਲੋਕਾਂ ਦੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਨੇ ਕੇਵਲ ਚਿਹਰਾ ਧਰਮ ਦਾ ਪਾਇਆ, ਅੰਦਰ ਧਰਮ ਹੈ ਕੋਈ ਨਹੀਂ ਉਹਨਾਂ ਦੇ। ਉਹ ਆਪਣਾ ਕਾਬੂ ਕਰਕੇ ਰੱਖਣਾ ਚਾਹੁੰਦੇ ਨੇ, ਹਰ ਚੀਜ਼ ਉੱਤੇ ਅਧਿਕਾਰ ਜਮਾ ਕੇ ਰੱਖਣਾ ਚਾਹੁੰਦੇ ਨੇ। ਸਤਿਗੁਰੂ ਕਹਿੰਦੇ ਐਸੇ ਮਨੁੱਖ ਬੜੇ ਹੋਛੇ ਨੇ, ਇਹਨਾਂ ਦੇ ਅੰਦਰ ਕਲਹਿ ਪਈ ਰਹਿੰਦੀ ਹੈ। ਅੰਧਾ ਕੱਚਾ ਕੱਚ ਨੇ ਕੱਚ, ਕਹਿੰਦੇ ਬੜਾ ਹੋਛਾ ਮਨੁੱਖ ਆ ਜਿਹਦੇ ਅੰਦਰ ਅਗਿਆਨਤਾ ਵਾ ਨਾ, ਜੋ ਮਾਇਆ ਨੂੰ ਸਦੀਵੀ ਸਮਝ ਕੇ ਬਹਿ ਗਿਆ, ਪਦਾਰਥਾਂ ਦੀ ਦੌੜ ਵਿੱਚ ਦੌੜ ਰਿਹਾ ਹੈ। ਕਹਿੰਦੇ ਬੜਾ ਅੰਦਰੋਂ ਕਮੀਨਾ ਹੈ, ਅੰਦਰੋਂ ਹੋਛਾ ਹੈ, ਅੰਦਰ ਇਹਦੀ ਸੋਚ ਬੜੀ ਨੀਵੀਂ ਹੈ, ਅੰਦਰ ਤੇ ਸਿਵਾਏ ਗੰਦਗੀ ਤੋਂ ਹੈ ਹੀ ਕੁਝ ਨਹੀਂ, ਕੱਚ ਨੇ ਕੱਚ। ਤੇ ਐਸਾ ਕੱਚਾ ਮਨੁੱਖ ਪਰਿਪੂਰਨ ਪਰਮਾਤਮਾ ਦੇ ਖਜ਼ਾਨੇ ਵਿੱਚ ਨਹੀਂ ਪੈ ਸਕਦਾ। ਐਸਾ ਕੱਚਾ ਮਨੁੱਖ ਨਿਰੰਕਾਰ ਨੂੰ ਤੇ ਨਹੀਂ ਪਾ ਸਕਦਾ। ਐਸਾ ਕੱਚਾ ਮਨੁੱਖ ਦੁਨੀਆ ਦੇ ਵਿੱਚ ਭਾਵੇਂ ਆਪਣੇ ਆਪ ਨੂੰ ਸਨਮਾਨ ਕਹੀ ਜਾਵੇ, ਮੈਂ ਬੜਾ ਮਨਾਮਨੇ ਵਾਲਾ ਹੈ, ਪਰ ਨਿਰੰਕਾਰ ਕੇ ਦੇਸ਼ ਵਿੱਚ ਇਹ ਪ੍ਰਵਾਨ ਨਹੀਂ ਹੋਵੇਗਾ। ਇਹ ਰਾਹੋਂ ਦੀਆਂ ਪੰਕਤੀਆਂ ਨੇ, ਇਹ ਸਬਕ ਆ, ਅੱਜ ਦਾ ਸਬਜੈਕਟ ਹੈ ਕਿ ਅਸੀਂ ਜੀਵਨ ਕੱਚਾ ਜਿਉਣਾ ਹੈ ਕਿ ਪੱਕਾ ਜਿਉਣਾ ਹੈ। ਹੁਣ ਸਤਿਗੁਰੂ ਜੀ ਪਹਿਲੇ ਬੰਦ ਤੋਂ ਵਿਚਾਰ ਪ੍ਰਾਰੰਭ ਅਗਲੀ ਕਰਦੇ ਹਨ। ਕਹਿੰਦੇ ਨੇ ਕੀਤਾ ਕਹਾਂ ਕਰੇ ਮਨ ਮਾਨ। ਹੁਣ ਸਾਹਿਬ ਕਹਿੰਦੇ ਨੇ ਇਹਦੇ ਵਿੱਚ ਰਹਾਉ ਦਾ ਬੰਦ ਜਿਹੜਾ ਸਬਜੈਕਟ ਹੈ ਉਹ ਅਸੀਂ ਪਕੜ 'ਚ ਇਹ ਲਿਆਂਦਾ ਹੈ ਕਿ ਕੱਚਾ ਜੀਵਨ ਪ੍ਰਭੂ ਨੂੰ ਚੰਗਾ ਨਹੀਂ ਲੱਗਦਾ। ਮਾਇਆ ਦੀ ਦੌੜ ਵਿੱਚ ਭੱਜਣ ਵਾਲਾ ਮਨੁੱਖ ਹਮੇਸ਼ਾ ਹੀ ਹੋਛਾ ਹੋਵੇਗਾ। ਤੀਸਰੀ ਗੱਲ ਇਹ ਸਮਝੀ ਹੈ ਕਿ ਪ੍ਰਮਾਤਮਾ ਆਪ ਸੱਚਾ ਹੈ ਤੇ ਉਹਨੂੰ ਸੱਚਾ ਪਿਆਰ ਹੀ ਚੰਗਾ ਲੱਗਦਾ। ਹੁਣ ਸਤਿਗੁਰੂ ਜੀ ਬਾਕੀ ਜਿਹੜੇ ਬੰਦ ਨੇ ਉਹਦੀ ਡਿਟੇਲ ਕਰ ਰਹੇ ਨੇ ਵੀ ਤਾਂ ਕਿ ਗੱਲ ਪਕੜ 'ਚ ਆਵੇ। ਸਤਿਗੁਰੂ ਕਹਿੰਦੇ ਕਾਹਦੇ ਵਾਸਤੇ ਹੋਛਾ ਬਣ ਰਿਹਾ? ਇਹ ਤੇਰਾ ਤੂੰ ਕੁਝ ਲੈ ਕੇ ਆਇਆ ਸੀ, ਕੁਝ ਲੈ ਕੇ ਜਾਵੇਂਗਾ, ਇਹ ਸਭ ਇੱਥੇ ਹੀ ਰਹਿ ਜਾਣਾ ਹੈ। ਅੱਜ ਜਦ ਤੱਕ ਤੇਰੇ ਆ ਸਰੀਰ ਖੂਨ ਮਿੱਝ ਦੀ ਭਰੀ ਹੋਈ ਲੋਥ ਆ ਨਾ, ਇਹ ਤਦ ਤੱਕ ਹੀ ਇਹ ਤੇਰਾ। ਜਿੱਦਣ ਇਹਦੇ ਵਿੱਚੋਂ ਹਵਾ ਨਿਕਲ ਗਈ ਨਾ, ਇਹ ਸਭ ਭਾਵੇਂ ਤੂੰ ਕਿੰਨਾ ਅਮੀਰ ਹੋਵੇਂ ਸਭ ਇੱਥੇ ਰਹਿ ਜਾਣਾ ਹੈ। ਸਭ ਕਹਿੰਦੇ ਇਸੇ ਕਰਕੇ ਕਾਹਦੇ ਵਾਸਤੇ ਮਾਣ ਕਰ ਰਿਹਾ ਹੈ ਮਨ ਮੇਰੇ, ਕੀਤਾ ਕਹਾਂ ਕਰੇ ਮਨ ਮਾਨ। ਕਹਿੰਦੇ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੋਇਆ ਹੈ ਨਾ, ਉਸ ਨਿਰੰਕਾਰ ਨੂੰ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖ। ਇਹ ਪਦਾਰਥਾਂ ਦਾ ਮਾਣ ਨਾ ਕਰ, ਇਹ ਹੰਕਾਰ ਨਾ ਕਰ, ਕਿਉਂਕਿ ਇਹ ਤੇਰੇ ਤੇ ਹੈ ਹੀ ਕੋਈ ਨਹੀਂ, ਇਹ ਤੇ ਦਿੱਤੇ ਹੀ ਪ੍ਰਮਾਤਮਾ ਨੇ। ਇਹ ਤੇ ਨਿਰੰਕਾਰ ਨੇ ਤੈਨੂੰ ਭੋਗਣ ਲਈ ਦਿੱਤੇ ਹਨ, ਭਾਵੇਂ ਉਹ ਪੁੱਤਰ ਆ, ਭਾਵੇਂ ਪਰਿਵਾਰ ਆ, ਭਾਵੇਂ ਧਨ ਪਦਾਰਥ ਹੈ, ਤੇ ਤੈਨੂੰ ਉਸ ਪ੍ਰਮਾਤਮਾ ਨੇ ਦਿੱਤੇ ਨੇ। ਜਿੱਦਣ ਤੂੰ ਆਇਆ ਸੀ ਉਦਣ ਕੁਝ ਨਹੀਂ ਸੀ ਲੈ ਕੇ ਆਇਆ, ਤੇ ਜਿੱਦਣ ਜਾਣਾ ਹੈ ਉਦਣ ਵੀ ਕੁਝ ਨਹੀਂ ਲੈ ਕੇ ਜਾਣਾ। ਜੇ ਤੇਰੇ ਆਏ ਹੁੰਦੇ ਤੇ ਤੂੰ ਨਾਲ ਲੈ ਕੇ ਆਉਂਦਾ ਤੇ ਨਾਲ ਲੈ ਕੇ ਚਲਾ ਜਾਂਦਾ। ਇਹਨਾਂ ਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਨਿਭਣਾ, ਨਾ ਕਿਸੇ ਨੇ ਤੇਰੇ ਸਾਥ ਜਾਣਾ ਹੈ, ਇਹ ਸਭ ਇੱਥੇ ਹੀ ਰਹਿ ਜਾਣੇ ਆ। ਦੇਵਨਹਾਰੈ ਕਹਿ ਹੱਥ ਦਾਨ। ਤੂੰ ਕਿਹੜੀ ਜਿੱਦ ਪਕੜ ਕੇ ਬੈਠਾ ਹੈ, ਕਿਹੜਿਆਂ ਪਦਾਰਥਾਂ ਦਾ ਹੰਕਾਰ ਕਰਕੇ ਬੈਠਾ ਹੈ? ਇਹ ਦੁਨੀਆਦਾਰ ਮਨੁੱਖ ਚੇਤਾ ਰੱਖ, ਇਹ ਜੋ ਕੁਝ ਤੂੰ ਭੋਗ ਰਿਹਾ ਇਹ ਸਭ ਦੇਣ ਵਾਲਾ ਦਾਤਾ ਅਕਾਲ ਪੁਰਖ ਇੱਕ ਹੀ ਹੈ। ਉਹਨੇ ਸਭ ਨੂੰ ਦੇਣਾ ਹੈ, ਉਹ ਸਾਰਿਆਂ ਨੂੰ ਦੇ ਰਿਹਾ ਹੈ, ਕਿਸੇ ਨੂੰ ਘੱਟ ਕਿਸੇ ਨੂੰ ਵੱਧ ਨਹੀਂ। ਹਾਂ ਤੂੰ ਬੇਈਮਾਨੀ ਦੇ ਨਾਲ ਦੂਜੇ ਦੇ ਘੜੇ ਵਿੱਚੋਂ ਪਾਣੀ ਥੋੜਾ ਜਿਹਾ ਆਪਣੇ 'ਚ ਜ਼ਿਆਦਾ ਪਾ ਲਵੇਂ, ਪਰ ਨਿਕਲ ਜਾਣਾ ਹੈ। ਸੰਤੋਖੀ ਮਨੁੱਖ ਨੂੰ ਫਿਰ ਸਭ ਕੁਝ ਮਿਲ ਜਾਣਾ ਹੈ। ਬੇਈਮਾਨ ਸਭ ਕੁਝ ਪ੍ਰਾਪਤ ਕਰਕੇ ਵੀ ਹੋਛੇ ਦਾ ਹੋਛਾ ਹੀ ਰਹੇਗਾ, ਖਾਲੀ ਦਾ ਖਾਲੀ ਰਹੇਗਾ। ਉਹਦੇ ਅੰਦਰ ਉਹ ਸੱਚ ਜਾਣੇ, ਉਹ ਸ਼ਾਂਤੀ ਨਹੀਂ ਹੋਣੀ, ਪਿਆਰ ਨਹੀਂ ਹੋਣਾ। ਇਹ ਸੋਚਿਆ ਕਰੋ ਜੇ ਤੁਹਾਡੇ ਨਾਲ ਕੋਈ ਧੋਖਾ ਕਰਦਾ ਹੈ, ਬੇਈਮਾਨੀ ਕਰਦਾ ਹੈ, ਮਾਫ ਕਰ ਦਿਓ ਉਹਨੂੰ, ਕਿਉਂਕਿ ਨਿਰੰਕਾਰ ਨੇ ਉਹ ਜਿਹੜਾ ਉਹਦੇ ਕੀਤੀ ਹੋਈ ਬੇਈਮਾਨੀ ਦਾ ਬੀਜ ਆ ਨਾ, ਇਹ ਉਹਨੂੰ ਭੋਗਣਾ ਪੈਣਾ ਹੈ। ਪਰ ਤੁਸੀਂ ਆਪਣੀ ਐਨਰਜੀ ਕਿਉਂ ਵੇਸਟ ਕਰਦੇ ਆ? ਆਪਾਂ ਕਿਉਂ ਕਿਸੇ, ਜੇ ਮਨੁੱਖ ਕੋਈ ਗਾਲਾਂ ਕੱਢ ਰਿਹਾ ਹੈ ਤੇ ਮੈਂ ਉਹਨੂੰ ਮੁੜ ਕੇ ਆ ਕੇ ਗਾਲਾਂ ਕੱਢਾਂ, ਇਹਦਾ ਮਤਲਬ ਵੀ ਮੈਂ ਆਪਣੇ ਅੰਦਰ ਉਹਦਾ ਗੰਦ ਇਕੱਠਾ ਕਰ ਲਿਆ। ਉਹ ਤੇ ਹੈ ਹੀ ਮਨੁੱਖ ਚਿੱਕੜ ਆ, ਚਿੱਕੜ ਦੇ ਵਿੱਚ ਲੱਤ ਮਾਰਨ ਦੀ ਬਜਾਏ ਸਾਈਡ ਤੋਂ ਲੰਘ ਜਾਓ। ਸੱਚ ਜਾਣਿਓ, ਐਸਾ ਜੀਵਨ ਜੀ ਕੇ ਕਿਤੇ ਵੇਖੋ ਕਿੰਨਾ ਪਿਆਰ ਆ। ਜਿੱਦਣ ਇਹ ਪਕੜ 'ਚ ਆ ਗਈ ਨਾ ਗੱਲ ਕਿ ਦੇਵਨਹਾਰੇ ਕਹਿ ਹੱਥ ਦਾਨ, ਭਾਵੇਂ ਦੇ ਨਾ ਦੇਈ ਸੋਏ। ਸੱਚੇ ਪਾਤਸ਼ਾਹ ਕਹਿੰਦੇ ਤੂੰ ਕਾਹਦਾ ਮਾਣ ਕਰਦਾ? ਉਹ ਨਿਰੰਕਾਰ ਦਵੇ ਭਾਵੇਂ ਨਾ ਦਵੇ,
ਉਹਦੀ ਮਰਜ਼ੀ ਹੈ, ਉਹਦਾ ਹੁਕਮ ਹੈ। ਫਿਰ ਤੂੰ ਕਾਹਦੇ ਵਾਸਤੇ ਇਸ ਗੱਲ ਦੇ ਉੱਤੇ ਲੱਗਾ ਹੈ ਕਿ ਮੈਂ ਕਰ ਰਿਹਾ ਜਾਂ ਮੈਂ ਕੀਤਾ? ਤੂੰ ਕੁਝ ਨਹੀਂ ਕੀਤਾ। ਇਹ ਉਹਦੀ ਮਰਜ਼ੀ ਹੈ, ਉਹ ਦਵੇ ਕਿ ਨਾ ਦਵੇ, ਉਹਦਾ ਹੁਕਮ ਹੈ। ਇਹ ਧਨ ਵੀ ਉਹੀ ਦੇਣ ਵਾਲਾ ਹੈ, ਪਦਾਰਥ ਵੀ ਉਹੀ ਦੇਣ ਵਾਲਾ ਹੈ, ਰੁਤਬੇ ਵੀ ਉਹੀ ਦੇਣ ਵਾਲਾ ਹੈ। ਫਿਰ ਉਹਨੂੰ ਹੀ ਚੇਤੇ ਕਰ। ਕਿਉਂ ਸੰਸਾਰੀ ਲੋਕਾਂ ਦੇ ਜਾ ਕੇ ਪੈਰਾਂ ਦੇ ਉੱਤੇ ਮੱਥੇ ਟੇਕਦਾ ਫਿਰਦਾ ਹੈ? ਕਿਉਂ ਚੰਦ ਕੁ ਕੁਰਸੀਆਂ ਵਾਸਤੇ ਸਿੱਖੀ ਦੇ ਸਿਧਾਂਤਾਂ ਨੂੰ ਵੇਚਦਾ ਫਿਰਦਾ ਹੈ? ਕਿਉਂ ਚੰਦ ਕੁ ਰੁਤਬਿਆਂ ਵਾਸਤੇ ਗੁਰੂ ਦੇ ਸਿਧਾਂਤ ਨੂੰ ਪਿੱਠ ਦੇ ਰਿਹਾ ਹੈ? ਉਹ ਸਮਝ ਜਾ, ਉਹ ਸੁਚੇਤ ਹੋ ਜਾ। ਕੀਤੇ ਕਹਿ ਕਹੀਏ ਕਿਆ ਹੋਏ। ਸਾਹਿਬ ਕਹਿੰਦੇ ਜਿਸ ਨੇ ਪੈਦਾ ਕੀਤਾ ਹੈ ਨਾ, ਉਹ ਜਿਸ ਨਿਰੰਕਾਰ ਨੇ ਜੀਵ ਨੂੰ ਪੈਦਾ ਕੀਤਾ ਹੈ, ਉਹ ਆਪ ਹੀ ਕੁਝ ਦਿੰਦਾ ਹੈ, ਰਹਿਮਤਾਂ ਝੋਲੀਆਂ ਭਰਦਾ ਹੈ। ਉਸ ਨਿਰੰਕਾਰ ਨੇ ਜਿਸ ਜੀਵ ਨੂੰ ਪੈਦਾ ਕੀਤਾ, ਇਹ ਜੀਵ ਦੇ ਕਿਆਂ ਨਹੀਂ ਕੁਝ ਹੋਣਾ। ਮੈਂ ਆਖਾਂ ਧਰਤੀ ਸੜ ਜਾਵੇ, ਮੇਰੇ ਕਿਆਂ ਕੀ ਹੋਣਾ ਹੈ? ਮੇਰੇ ਕਿਆਂ ਕੁਝ ਨਹੀਂ ਹੋਣਾ। ਇਹ ਵਾਹਿਗੁਰੂ ਦੇ ਹੁਕਮ ਨਾਲ ਸਭ ਕੁਝ ਵਰਤਣਾ ਹੈ। ਕੀਤੇ ਕਹਿ ਕਹੀਐ ਕਿਆ ਹੋਏ। ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ। ਆਪੇ ਸੱਚ ਭਾਵੈ ਤਿਸ ਸੱਚ, ਕਿਉਂਕਿ ਉਹ ਨਿਰੰਕਾਰ ਆਪ ਸਚਿਆਰ ਹੈ, ਉਹਨੂੰ ਸੱਚ ਹੀ ਚੰਗਾ ਲੱਗਦਾ ਹੈ। ਅੰਧਾ ਕੱਚਾ ਕੱਚ ਨਿਕੱਚ, ਪਰ ਗਿਆਨਹੀਨ ਮਨੁੱਖ, ਪਦਾਰਥਵਾਦੀ ਮਨੁੱਖ ਮਾਇਆ ਦੇ ਪਿੱਛੇ ਲੱਗ ਕੇ ਹੋਛਾ ਹੋਇਆ ਫਿਰਦਾ ਹੈ ਤੇ ਨਿਤ ਪਰਿਪੂਰਨ ਪ੍ਰਮਾਤਮਾ ਤੋਂ ਆਪਣੀ ਦੂਰੀ ਪਾ ਕੇ ਬੈਠਾ ਹੈ। ਤੇ ਐਸਾ ਹੋਛਾ ਮਨੁੱਖ ਨਿਰੰਕਾਰ ਨੂੰ ਚੰਗਾ ਨਹੀਂ ਲੱਗਦਾ। ਜਾਂ ਕੇ ਰੁੱਖ ਬਿਰਖ ਆਰਾਓ। ਸਭ ਉਦਾਹਰਨ ਦੇ ਰਿਹਾ ਕਿ ਗੱਲ ਪਕੜ 'ਚ ਆ ਜਾਵੇ। ਕਹਿੰਦੇ ਦੇਖ ਉਸ ਪਰਿਪੂਰਨ ਪ੍ਰਮਾਤਮਾ ਨੇ ਕਿਤਨੇ ਧਰਤੀ ਦੇ ਉੱਪਰ ਰੁੱਖ ਪੌਦੇ ਪੈਦਾ ਕੀਤੇ ਹਨ। ਜੇ ਹੀ ਧਾਤ ਤੇਹਾ ਤਿਨ ਨਾਉ। ਜਿਹੋ ਜੀ ਉਸ ਬੂਟਿਆਂ ਦਾ, ਉਹਨਾਂ ਰੁੱਖਾਂ ਦਾ ਰਸ ਹੈ, ਉਹੋ ਜਿਹਾ ਨਾਮ ਆ। ਕਿਸੇ ਨੂੰ ਅੰਬ ਕਿਹਾ, ਕਿਸੇ ਨੂੰ ਅਮਰੂਦ ਕਿਹਾ, ਕਿਸੇ ਨੂੰ ਨਿੰਮ ਕਿਹਾ, ਕਿਸੇ ਨੂੰ ਅਰਿੰਡ ਕਿਹਾ। ਗੱਲ ਕਿ ਜਿਹੋ ਜਿਹੇ ਉਹ ਰੁੱਖ ਨੇ, ਉਹੋ ਜਿਹੇ ਉਹਨਾਂ ਦੇ ਨਾਮ ਨੇ। ਫੁੱਲ ਭਾਉ ਫਲ ਲਿਖਿਆ ਪਾਏ। ਕਹਿੰਦੇ ਇਸੇ ਤਰੀਕੇ ਨਾਲ ਚੇਤਾ ਰੱਖੀ, ਜਿਹੋ ਜਿਹੀਆਂ ਤੇਰੇ ਅੰਦਰ ਭਾਵਨਾਵਾਂ ਜਨਮ ਲੈ ਰਹੀਆਂ ਨੇ, ਜਿਹੋ ਜਿਹੇ ਤੇਰੇ ਅੰਦਰ ਵਿਚਾਰ ਪੈਦਾ ਹੋ ਰਹੇ ਨੇ, ਉਹੋ ਜਿਹਾ ਹੀ ਤੇਰਾ ਜੀਵਨ ਬਣਦਾ ਜਾਣਾ ਹੈ। ਕਿਆ ਬਚਨ ਨੇ ਪਾਤਸ਼ਾਹ ਦੇ, ਕਮਾਲ ਦੇ ਉਪਦੇਸ਼ ਆ। ਜਿਹੋ ਜਿਹੇ ਵਿਚਾਰ ਤੇਰੇ ਅੰਦਰ ਪੈਦਾ ਹੋ ਰਹੇ ਨੇ, ਜੇ ਮੇਰੇ ਅੰਦਰ ਸੱਚ ਆ। ਕਿਉਂ ਅਸੀਂ ਕਹਿੰਦੇ ਬਾਣੀ ਨਾਲ ਜੁੜੋ, ਪਿਆਰ ਕਰੋ, ਤਾਂ ਕਿ ਜਿਹੜਾ ਵਿਚਾਰਾਂ ਦਾ ਸੋਮਾ ਵਾ ਨਾ, ਜਿੱਥੋਂ ਵਿਚਾਰ ਫੁਰਨੇ ਨੇ, ਉੱਥੋਂ ਸੱਚਾਈ ਦੇ ਵਿਚਾਰ ਫੁਰਨ, ਪਿਆਰ ਦੇ ਫੁਰਨ, ਮਾਨਵਤਾ ਦੇ ਭਲੇ ਦੇ ਫੁਰਨ। ਫਿਰ ਆਪਣੇ ਆਪ ਜੀਵਨ ਸਚਿਆਰ ਬਣਦਾ ਜਾਵੇਗਾ, ਜੀਵਨ ਪਿਆਰਾ ਬਣਦਾ ਜਾਵੇਗਾ। ਪਰ ਜੇ ਵਿਚਾਰਾਂ ਦੇ ਫੁਰਨਿਆਂ ਵਿੱਚ ਬੇਈਮਾਨੀ ਹੋਵੇਗੀ, ਲੱਚਰਤਾ ਹੋਵੇਗੀ, ਚੋਰੀ ਹੋਵੇਗੀ, ਡਕੈਤੀ ਹੋਵੇਗੀ, ਗੰਦਗੀ ਹੋਵੇਗੀ, ਸੁਭਾਅ ਸਰੀਰ ਕਰਮ ਉਹੋ ਜਿਹੇ ਬਣਦੇ ਜਾਣਗੇ। ਸਭ ਕਹਿੰਦੇ ਫੁੱਲ ਭਾਉ ਫਲ ਲਿਖਿਆ ਪਾਏ। ਕਹਿੰਦੇ ਇਸੇ ਤਰੀਕੇ ਨਾਲ ਜਿਹੋ ਜਿਹੀ ਭਾਵਨਾਵਾਂ ਦੇ ਫੁੱਲ ਤੇਰੇ ਅੰਦਰ ਆ ਨਾ, ਕਿਸੇ ਮਨੁੱਖ ਦੇ ਅੰਦਰ ਜਿਹੋ ਜਿਹੀ ਅਵਸਥਾ ਹੈ, ਕਿਉਂਕਿ ਪਹਿਲਾਂ ਫੁੱਲ ਲੱਗਦਾ ਹੈ, ਫਿਰ ਫਲ ਲੱਗਦਾ ਹੈ। ਫੁੱਲ ਆਗਾਜ਼ ਹੈ ਕਿ ਅਗਲਾ ਫਲ ਲੱਗੇਗਾ। ਜੇ ਮੇਰੇ ਜ਼ਿੰਦਗੀ 'ਚ ਬੀਜਿਆ ਹੋਇਆ ਬੀਜ ਮਾੜੇ ਕਰਮਾਂ ਦਾ ਹੈ, ਫਲ ਵੀ ਉਵੇਂ ਲੱਗਣਗੇ। ਮਾੜੇ ਕਰਮ ਮੀਨਸ ਮੇਰੇ ਮਾੜੇ ਕੰਮ, ਕਰਮ ਦੀ ਖੇਤੀ ਨਹੀਂ, ਮਾੜੇ ਕੰਮ ਜਿਹੜੇ ਮੈਂ ਮਾੜੇ ਕੰਮ ਕਰ ਰਿਹਾ। ਚੇਤਾ ਰੱਖਿਓ, ਖੁਆਰੀ ਕਰਨ ਵਾਲਾ ਮਨੁੱਖ, ਝੂਠ ਬੋਲਣ ਵਾਲਾ ਝੂਠ ਬੋਲ ਕੇ ਮੁੱਕਰ ਜਾਂਦਾ ਹੈ, ਜਾਂ ਹੀ ਉਹ ਫਲ ਖਾਂਦਾ ਹੈ। ਕੱਚੀ ਕੰਧ ਕੱਚਾ ਵਿੱਚ ਰਾਜ। ਸਾਹਿਬ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਜਿਹੜਾ ਨਿਆਣਾ ਬਣ ਕੇ ਮਨ ਬੈਠਾ ਹੈ ਨਾ, ਉਹੀ ਇਹਦੀ ਜੀਵਨ ਦੀ ਉਸਾਰੀ ਦਾ ਕਾਰਨ ਹੈ। ਜਿਹੋ ਜੇ ਇਸ ਮਨ ਦੇ ਵਿੱਚੋਂ ਫੁਰਨੇ ਪੈਦਾ ਹੋ ਰਹੇ ਨੇ, ਉਹੋ ਜਿਹਾ ਇਹਦਾ ਜੀਵਨ ਬਣ ਰਿਹਾ ਹੈ। ਉਹੀ ਇੱਕ ਐਸਾ ਕਾਰੀਗਰ ਹੈ ਜੋ ਇਸ ਦੇ ਜੀਵਨ ਦੀ ਘਾੜਤ ਘੜ ਰਿਹਾ ਹੈ। ਜੇ ਉਹ ਕਾਰੀਗਰ ਕਮਜ਼ੋਰ ਹੈ, ਜੇ ਉਹ ਕਾਰੀਗਰ ਬੇਈਮਾਨ ਹੈ, ਤੇ ਉਹ ਕੀ ਕਰੇਗਾ? ਦੀਵਾਰ ਵੀ ਕੱਚੀ ਬਣਾਏਗਾ ਨਾ। ਹੁਣ ਜਿਹੜੇ ਆ ਮਿਲਾਵਟੀ ਘਰ ਬਣਾ ਰਹੇ ਨੇ, ਵੱਡੀਆਂ ਬਿਲਡਿੰਗਾਂ ਬਣਾਉਂਦੇ ਨੇ,
ਤੇ ਜਿਹੜੇ ਉਹ ਬਣਾਉਣ ਵਾਲੇ ਜੇ ਬੇਈਮਾਨ ਨੇ ਤੇ ਉਹ ਫਿਰ ਕੀ ਕਰਨਗੇ? ਘਰ ਵੀ ਜਿਹੜਾ ਕੱਚਾ ਹੀ ਬਣੂਗਾ ਨਾ, ਉਹਦੇ ਵਿੱਚ ਮਿਲਾਵਟ ਕਰ ਦੇਣਗੇ, ਸੀਮਟ ਵਿੱਚ ਮਿਲਾਵਟ ਕਰ ਦੇਣਗੇ। ਬਾਹਰੋਂ ਬੜੀ ਸੋਹਣੀ ਦਿੱਖ ਲੱਗੂਗੀ, ਬੜਾ ਪਿਆਰਾ ਲੱਗੂਗਾ, ਅੰਦਰ ਕੀ ਹੈ? ਕੱਚਾ ਹੈ। ਸਭ ਕਹਿੰਦੇ ਇਵੇਂ ਜਿਹੜਾ ਮਨ ਰੂਪੀ ਕੰਧਾ, ਕੱਚੀ ਕੰਧ, ਕੱਚਾ ਵਿੱਚ ਰਾਜ, ਕਹਿੰਦੇ ਜਿਹੜਾ ਵਿੱਚ ਕੱਚਾ ਰਾਜਾ ਮਨ ਬੈਠਾ ਨਾ, ਕਹਿੰਦੇ ਇਹ ਪਤਾ ਕੀ ਕਰ ਰਿਹਾ ਹੈ? ਇਹ ਕੱਚੀ ਕੰਧ ਤਿਆਰ ਕਰ ਰਿਹਾ ਹੈ, ਕੱਚਾ ਜੀਵਨ ਤਿਆਰ ਕਰ ਰਿਹਾ। ਜਿਹੜਾ ਸਾਡੇ ਅੰਦਰ ਮਨ ਰੂਪੀ ਰਾਜਾ ਜਿਹੜਾ ਕੱਚਾ ਹੋ ਕੇ ਬੈਠਾ ਹੈ, ਇਹ ਮਨ ਕੱਚਾ ਹੈ, ਬੇਈਮਾਨ ਹੈ, ਧੋਖੇਬਾਜ਼ ਹੈ, ਫਰੇਬੀ ਹੈ। ਇਸ ਸਰੀਰ ਜੀਵਨ ਦੀ ਘਾਟ ਵੀ ਕਚਿਆਈ ਵਾਲੇ ਰਸਤੇ ਤੇ ਤੁਰ ਰਿਹਾ ਹੈ, ਕਿਉਂਕਿ ਕਾਰੀਗਰ ਜਿਹੜਾ ਅੰਦਰ ਬੈਠਾ ਹੈ ਉਹ ਬੇਈਮਾਨ ਹੈ, ਉਹ ਧੋਖੇਬਾਜ਼ ਹੈ। ਇਸੇ ਕਰਕੇ ਸਾਹਿਬ ਕਹਿੰਦੇ ਚੇਤਾ ਰੱਖੀ, ਇਹਦੇ ਨਾਲ ਜਿਹੜੀ ਤੇਰੀ ਜੀਵਨ ਦੀ ਉਸਾਰੀ ਹੋ ਰਹੀ ਆ ਨਾ, ਮਨ ਕੱਚੇ ਰੂਪੀ ਕਾਰੀਗਰ ਜਿਹੜਾ ਤੇਰੇ ਅੰਦਰ ਮੰਦ ਭਾਵਨਾ ਤੇ ਮੰਦ ਜੀਵਨ ਨੂੰ ਤਿਆਰ ਕਰ ਰਿਹਾ ਹੈ, ਇਹਦੇ ਨਾਲ ਤੇਰਾ ਜੀਵਨ ਵੀ ਕੱਚਾ ਬਣਦਾ ਜਾ ਰਿਹਾ ਹੈ। ਤੇ ਇਹ ਕੱਚਾ ਜੀਵਨ ਨਿਰੰਕਾਰ ਨੂੰ ਨਹੀਂ ਚੰਗਾ ਲੱਗਣਾ। ਮਤ ਅਲੂਣੀ ਫਿੱਕਾ ਸਾਧ, ਕਹਿੰਦੇ ਜਿਹੜੀ ਤੇਰੀ ਮੱਤ ਆ, ਦੇਖੋ ਕਿੰਨੇ ਬਚਨ ਪਿਆਰੇ ਨੇ, ਕਿਤੇ ਜੀਵਨ 'ਚ ਵਸਾ ਲਈਏ। ਪਹਿਲ ਦੇ ਆਧਾਰ ਤੇ ਸਭ ਕਹਿੰਦੇ ਮਨ ਰੂਪੀ ਜਿਹੜਾ ਕਾਰੀਗਰ ਆ, ਜਿਹਨੇ ਜੀਵਨ ਦੀ ਉਸਾਰੀ ਕਰਨੀ ਹੈ, ਕਹਿੰਦੇ ਉਹ ਕੱਚਾ ਹੈ, ਉਹ ਬੇਈਮਾਨ ਹੈ, ਧੋਖੇਬਾਜ਼ ਹੈ, ਉਹ ਸੱਚ ਨਾਲ ਨਹੀਂ ਜੁੜਿਆ। ਇਸੇ ਕਰਕੇ ਜੀਵਨ ਦੀ ਉਸਾਰੀ ਕੱਚੀ ਵਾਲੇ ਬੰਨੇ ਲੈ ਕੇ ਜਾ ਰਿਹਾ ਹੈ, ਜੀਵਨ ਕੱਚਾ ਬਣਦਾ ਜਾ ਰਿਹਾ ਹੈ। ਹੁਣ ਇਸ ਮਨ ਦਾ ਇੱਕ ਹੋਰ ਨਾਲ ਭਾਈਵਾਲ ਹੈ, ਉਹ ਹੈ ਮਤ। ਉਹ ਮਤ ਕੀ ਕਰ ਰਹੀ ਹੈ? ਮਤ ਅਲੂਣੀ, ਉਹ ਗੁਣਹੀਣ ਹੈ। ਮਤ ਵਿੱਚ ਕੋਈ ਗੁਣ ਨਹੀਂ ਹੈ, ਕੋਈ ਨਿਸ਼ਾਨਾ ਨਹੀਂ ਹੈ ਕਿ ਮੈਂ ਇਸ ਗੁਣ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਹੈ। ਮਤ ਅਲੂਣੀ ਹੈ, ਜਿਹਦੇ ਵਿੱਚ ਕੋਈ ਸਵਾਦ, ਜਿਹਦੇ ਵਿੱਚ ਕੋਈ ਗੁਣ ਨਹੀਂ ਹੈ, ਫਿੱਕਾ ਸਾਧ। ਤੇ ਜਿਹੜਾ ਜੀਵਨ ਆ ਫਿਰ ਉਹ ਵੀ ਬੇਰਸਿਆ ਹੈ। ਕਮਾਲ ਦੇ ਬਚਨ ਨੇ, ਦੁਬਾਰਾ ਗੱਲ ਪਕੜ 'ਚ ਆ ਜਾਵੇ। ਸਭ ਕਹਿੰਦੇ ਮਨ ਰੂਪੀ ਰਾਜਾ ਵਿੱਚ ਕੱਚਾ ਹੈ ਜਿਹੜਾ ਕਾਰੀਗਰ ਹੈ, ਉਹ ਜਿਹੜੀ ਜੀਵਨ ਦੀ ਉਸਾਰੀ ਕਰ ਰਿਹਾ ਹੈ ਉਹ ਵੀ ਕੱਚੀ ਹੈ। ਇੱਕ ਇਹਦਾ ਸਾਥੀ ਮਤ ਹੈ, ਉਹ ਮਤ ਵੀ ਕੱਚੀ ਹੈ, ਬੇਗੁਣੀ ਹੈ, ਅਵਗੁਣਿਆਰੀ ਹੈ। ਤੇ ਜਿਹੜਾ ਇਹਦਾ ਜੀਵਨ ਦੀ ਜਿਹੜੀ ਜ਼ਿੰਦਗੀ ਦੀ ਤਿਆਰੀ ਹੋ ਰਹੀ ਹੈ ਉਹ ਬੇਸਵਾਦੀ ਹੋ ਰਹੀ ਹੈ, ਜਿਹਦੇ ਵਿੱਚ ਕੋਈ ਸਵਾਦ ਨਹੀਂ ਹੈ, ਕੋਈ ਰਸ ਨਹੀਂ ਹੈ, ਕਿਉਂਕਿ ਇਹ ਆਪਣੇ ਹੱਥੀਂ ਇਹਦਾ ਮਨ ਇਹਦੀ ਜ਼ਿੰਦਗੀ ਦੇ ਵਿੱਚ ਤਬਾਹੀ ਲਿਆ ਰਿਹਾ ਹੈ, ਕਿਉਂਕਿ ਅੰਦਰ ਪਰਮਾਤਮਾ ਦਾ ਪ੍ਰੇਮ ਭਾਵਨੀ ਪੈਦਾ ਮਨ ਨਹੀਂ ਹੋਣ ਦੇ ਰਿਹਾ। ਇਸੇ ਕਰਕੇ ਚੇਤਾ ਰੱਖਿਓ, ਕਥਾ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਬੜੀ ਔਖੀ ਹੈ। 10 ਮਿੰਟ ਨਹੀਂ ਅਸੀਂ ਸੁਣ ਸਕਦੇ। ਮੈਂ ਕਈ ਵਾਰੀ ਹੈਰਾਨ ਹੁੰਦਾ, ਨਿਰੋਲ ਗੁਰਬਾਣੀ ਦੀ ਵਿਚਾਰ ਕਰਨ ਦੀ ਯਤਨ ਕਰੀਦਾ ਹੈ, ਮੁਸ਼ਕਲ ਦੇ ਨਾਲ ਸਾਰੇ ਦਿਨ ਦੇ ਵਿੱਚ ਜੋ ਜਾਂ 3 ਬੰਦੇ ਸਾਰੇ ਦਿਨ ਸ਼ੇਅਰ ਕਰਦੇ ਹਨ। ਪਰ ਇਹੀ ਮੈਂ ਜੇ ਉੱਪਰ ਲਿਖ ਕੇ ਪਾ ਦੇਵਾਂ ਨਾ ਕਿ ਵੇਖੋ ਜੀ ਆ ਕਥਾਵਾਚਕ ਨੇ ਕਿੱਡੀ ਮਾੜੀ ਗੱਲ ਕੀਤੀ ਹੈ, ਤੇ ਸਾਰੇ ਦਿਨ ਵਿੱਚ ਪਤਾ ਨਹੀਂ ਕਿੰਨੇ ਸ਼ੇਅਰਸ ਮਿਲ ਜਾਣੇ। ਕਿਉਂਕਿ ਗੁਰਬਾਣੀ ਦੇ ਨਾਲ ਅਸੀਂ ਜੁੜਨਾ, ਕਿਸੇ ਦਾ ਭਲਾ, ਕਿਸੇ ਦੇ ਨਾਲ ਤੁਸੀਂ ਆਪਣੀ ਵਾਲ 'ਤੇ ਜੇ ਕੋਈ ਆਪਣੇ ਘਰ 'ਤੇ ਜਾ ਕੇ ਗੱਲ ਟੰਗੋਗੇ, ਹੋ ਸਕਦਾ ਕੋਈ ਉੱਥੋਂ ਪੜ੍ਹ ਕੇ ਕਿਸੇ ਦਾ ਜੀਵਨ ਬਣ ਜਾਵੇ। ਔਰ ਰਲ ਮਿਲ ਕੇ ਯਤਨ ਕਰਨਾ ਹੈ ਨਾ, ਰਲ ਮਿਲ ਕੇ ਆਪਾਂ ਪ੍ਰਚਾਰ ਤੇ ਪ੍ਰਸਾਰ ਨੂੰ ਵਧਾਉਣਾ ਹੈ। ਆਖਰੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ, ਨਾਨਕ ਆਣੈ ਆਵੈ ਰਾਸ। ਸਭ ਕਹਿੰਦੇ ਜੀ, ਹੇ ਨਾਨਕ, ਹੇ ਪਰਿਪੂਰਨ ਪਰਮਾਤਮਾ ਜੀ, ਜੇ ਤੁਸੀਂ ਕਿਰਪਾ ਕਰੋ, ਜੇ ਰਹਿਮਤ ਕਰੋ, ਤੁਸੀਂ ਜੀਵਨ ਦੇ ਵਿੱਚ ਆਪ ਆ ਕੇ ਹਾਜ਼ਰ ਹੋ ਜਾਓ। ਨਾਨਕ ਆਣੈ ਆਵੈ ਰਾਸ, ਤਾਂ ਇਹ ਜੀਵਨ ਸਿੱਧੇ ਬੰਨੇ ਲੱਗ ਸਕਦਾ ਹੈ, ਇਹ ਰਾਸ ਆ ਸਕਦਾ ਹੈ, ਜੀਵਨ ਸੱਚ ਦੇ ਰਸਤੇ ਤੇ ਤੁਰ ਸਕਦਾ ਹੈ, ਪਿਆਰ ਤੇ ਨਿਮਰਤਾ ਨਾਲ ਭਰ ਸਕਦਾ ਹੈ, ਸੁਧਾਰ ਹੋ ਸਕਦਾ ਹੈ, ਜੇ ਤੂੰ ਆਪਣੇ ਅੰਦਰ ਪ੍ਰਮਾਤਮਾ ਦੇ ਗਿਆਨ ਨੂੰ, ਪ੍ਰਮਾਤਮਾ ਦੀ ਸਮਝ ਨੂੰ, ਹਾਜ਼ਰ ਨਾਜ਼ਰ ਨਿਰੰਕਾਰ ਨੂੰ ਵੇਖਣ ਲੱਗ ਪਵੇਂ। ਵਿਣ ਨਾਮੈ ਨਾਹੀ ਸ਼ਾਬਾਸ਼। ਤੇ ਚੇਤਾ ਰੱਖੀ, ਪ੍ਰਮਾਤਮਾ ਦੀ ਰਜ਼ਾ ਤੇ ਉਹਦੇ ਭਾਣੇ ਵਿੱਚ ਚੱਲਣ ਤੋਂ ਬਿਨਾਂ ਨਿਰੰਕਾਰ ਦੀ ਸ਼ਾਬਾਸ਼ੀ ਨਹੀਂ ਮਿਲ ਸਕਦੀ, ਉਹਦਾ ਪਿਆਰ ਨਹੀਂ ਮਿਲ ਸਕਦਾ। ਜੇ ਪਿਆਰ ਚਾਹੁੰਦਾ ਹੈ, ਨਿਰੰਕਾਰ ਦੇ ਰਹਿਮਤਾਂ ਚਾਹੁੰਦਾ ਹੈ, ਉਹਦੇ ਹੁਕਮ 'ਚ ਤੁਰ। ਇਸੇ ਕਰਕੇ ਸਾਹਿਬ ਜੀ ਨੇ ਜਦੋਂ ਸਿੱਖ ਦੀ ਪਰਿਭਾਸ਼ਾ ਬਾਣੀ 'ਚ ਦਿੱਤੀ, ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਛੜ ਚੋਟਾਂ ਖਾਵੈ।
आओ गुरु की रजा च तुरीए, गुरु के भाणे च तुरीए, कोशिश करिए गुरमत के गाड़ी राह ते तुरन दी, सच का रस्ता अपनाइए, गुरु के दसे सिद्धांत ते तुरीए। साहिब मेरा एको है भाई एको है। धन गुरु ग्रंथ साहिब जी के हुक्म नूं जीवन च वसाइए, तां ही किरपा बनेगी। सो बेअंत अज दे शब्द की विचार करदे हां, शब्द का उचारण करदे हां, भुल्लां बहुत होईयां ने। आप गुरु प्यारी संगत बख्शण सारियां दा, होईयां भुल्लां गलतियां दी माफ़ी जी। वाहिगुरू जी का खालसा, वाहिगुरू जी की फतेह।